ਦੋਸਤੋ, ਜੇ ਤੁਸੀਂ ਸਾਲਾਂ ਤੋਂ ਕੁਝ ਕਰ ਰਹੇ ਹੋ ਅਤੇ ਕੋਈ ਤੁਹਾਨੂੰ ਆ ਕੇ ਕਹਿੰਦਾ ਹੈ ਕਿ ਤੁਸੀਂ ਇਹ ਗਲਤ ਤਰੀਕੇ ਨਾਲ ਕਰਦੇ ਹੋ ਤਾਂ ਅਸੀਂ ਜਾਣਦੇ ਹਾਂ ਕਿ ਅਜਿਹੀ ਸਥਿਤੀ ਵਿੱਚ ਬਹੁਤ ਬੁਰਾ ਮਹਿਸੂਸ ਹੁੰਦਾ ਹੈ। ਪਰ ਦੇਰ ਆਏ ਤਾਂ ਦਰੁਸਤ ਆਏ ਵਰਗੀ ਵੀ ਕੋਈ ਚੀਜ਼ ਹੁੰਦੀ ਹੈ। ਇਸੇ ਲਈ ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ ਜਾਂ ਨਹੀਂ, ਪਰ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਆਪਣੇ ਰੋਜ਼ਮਰਾ ਦੇ ਕੰਮ ਗਲਤ ਤਰੀਕੇ ਨਾਲ ਕਰਦੇ ਹਨ। ਹੁਣ ਉਹ ਕਿਹੜੀ ਚੀਜ਼ ਹੈ ਅਤੇ ਉਹਨਾਂ ਨੂੰ ਕਰਨ ਦਾ ਸਹੀ ਤਰੀਕਾ ਕੀ ਹੈ, ਇਹ ਜਾਣਨ ਲਈ ਮੇਰੇ ਨਾਲ ਅਰਥਾਤ ਤੁਹਾਡੇ ਆਪਣੇ ਚੈਨਲ ਪੰਜਾਬੀ ਫੈਕਟਸ ਨਾਲ ਵੀਡੀਓ ਦੇ ਅੰਤ ਤੱਕ ਬਣੇ ਰਹੋ, ਕਿਉਂਕਿ ਇਹ ਵੀਡੀਓ ਤੁਹਾਡੇ ਦਿਮਾਗ ਨੂੰ ਪੂਰੀ ਤਰ੍ਹਾਂ ਘੁਮਾ ਕੇ ਰੱਖ ਦੇਵੇਗੀ। ਨਵੇਂ ਜੁੱਤੇ ਤੋੜਨਾ। ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਅਸੀਂ ਨਵੇਂ ਜੁੱਤੇ ਤੇ ਚੱਪਲਾਂ ਖਰੀਦਦੇ ਹਾਂ, ਉਹਨਾਂ ਦੇ ਕਾਰਨ ਸਾਡੇ ਪੈਰਾਂ ਵਿੱਚ ਛਾਲੇ ਪੈ ਜਾਂਦੇ ਹਨ ਅਤੇ ਕਈ ਵਾਰ ਜੁੱਤੀਆਂ ਦੇ ਕਾਰਨ ਉਂਗਲੀਆਂ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਪਰ ਇਹ ਸਪਸ਼ਟ ਹੈ ਕਿ ਅਸੀਂ ਨਵੇਂ ਜੁੱਤੇ ਖਰੀਦਣੇ ਤਾਂ ਛੱਡ ਨਹੀਂ ਦੇਵਾਂਗੇ ਅਤੇ ਨਾ ਹੀ ਅਸੀਂ ਤੁਹਾਨੂੰ ਇਸ ਤਰ੍ਹਾਂ ਦਾ ਕੁਝ ਕਰਨ ਲਈ ਕਹਿ ਰਹੇ ਹਾਂ। ਤੁਹਾਨੂੰ ਬਸ ਇਹ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਵੀ ਤੁਸੀਂ ਨਵੇਂ ਜੁੱਤੇ ਪਹਿਨਦੇ ਹੋ ਤਾਂ ਉਹਨਾਂ ਨੂੰ ਪਹਿਨਣ ਤੋਂ ਪਹਿਲਾਂ ਤੁਹਾਨੂੰ ਹੇਅਰ ਡਰਾਇਰ ਨਾਲ ਆਪਣੇ ਜੁੱਤੇ ਵਿੱਚ ਗਰਮ ਹਵਾ ਪਾਉਣੀ ਪਏਗੀ, ਕਿਉਂਕਿ ਗਰਮ ਹਵਾ ਦੀ ਮਦਦ ਨਾਲ ਜੁੱਤੇ ਫੈਲਣਗੇ ਅਤੇ ਜਦੋਂ ਤੁਸੀਂ ਇਸ ਵਿੱਚ ਆਪਣਾ ਪੈਰ ਰੱਖੋਗੇ ਤਾਂ ਤੁਹਾਡੇ ਪੈਰ ਦਰਦ ਨਹੀਂ ਕਰਨਗੇ। ਨੀਂਦ ਲੈਣਾ। ਦੋਸਤੋ, ਅੱਜ ਕੱਲ ਲੋਕ ਨੀਂਦ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਵੇਖਦੇ ਹਨ। ਕੁਝ ਵਧੇਰੇ ਨੀਂਦ ਲੈਂਦੇ ਹਨ, ਕੁਝ ਬਿਲਕੁਲ ਨੀਂਦ ਨਹੀਂ ਲੈਂਦੇ ਅਤੇ ਕੁਝ ਸੌਂਦੇ ਹਨ ਪਰ ਫਿਰ ਵੀ ਉਹਨਾਂ ਦੀ ਥਕਾਵਟ ਦੂਰ ਨਹੀਂ ਹੁੰਦੀ। ਹੁਣ ਇਹ ਗੱਲ ਵੱਖਰੀ ਹੈ ਕਿ ਸਾਨੂੰ ਦੱਸਿਆ ਜਾਂਦਾ ਹੈ ਕਿ ਸਾਨੂੰ ਘੱਟੋ ਘੱਟ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ, ਪਰ ਜਿਸ ਤਰੀਕੇ ਨਾਲ ਅਸੀਂ ਦਿਨ ਭਰ ਕੰਪਿਊਟਰ ਜਾਂ ਮੋਬਾਈਲ ਫੋਨ ਦੀ ਸਕਰੀਨ ਤੇ ਲੱਗੇ ਹੋਏ ਹਾਂ, ਇਹ ਸਾਡੇ ਨੀਂਦ ਚੱਕਰ ਨੂੰ ਯਾਨੀ ਕਿ ਸਾਈਕਲ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਤੁਹਾਨੂੰ ਸਵੇਰੇ 3 ਤੋਂ 5 ਘੰਟੇ ਸੌਣ ਤੋਂ ਬਾਅਦ ਉੱਠਣਾ ਚਾਹੀਦਾ ਹੈ ਅਤੇ ਫਿਰ ਕੁਝ ਘੰਟਿਆਂ ਬਾਅਦ ਤੁਹਾਨੂੰ 2 ਤੋਂ 3 ਘੰਟੇ ਲਈ ਸੌਣਾ ਚਾਹੀਦਾ ਹੈ। ਜੇ ਤੁਸੀਂ ਇਸ ਤਰ੍ਹਾਂ ਟੁਕੜਿਆਂ ਵਿੱਚ ਸੌਣ ਦੀ ਆਦਤ ਅਪਣਾਉਂਦੇ ਹੋ ਤਾਂ ਤੁਸੀਂ ਨਾ ਤਾਂ ਥੱਕੇ ਹੋਏ ਮਹਿਸੂਸ ਕਰੋਗੇ ਅਤੇ ਨਾ ਹੀ ਤੁਹਾਨੂੰ ਨੀਂਦ ਨਾਲ ਜੁੜੀ ਕੋਈ ਸਮੱਸਿਆ ਹੋਏਗੀ। ਮਲ ਕਰਨਾ। ਹੁਣ ਤੁਸੀਂ ਇਸ ਤੇ ਵਿਸ਼ਵਾਸ ਕਰੋ ਜਾਂ ਨਾ, ਪਰ ਇੱਥੇ ਪੂਪਿੰਗ ਜਿਹੀ ਚੀਜ਼ ਦਾ ਸਹੀ ਤੇ ਗਲਤ ਤਰੀਕਾ ਵੀ ਹੈ, ਕਿਉਂਕਿ ਅੱਜ ਕੱਲ ਲੋਕ ਜ਼ਿਆਦਾਤਰ ਪੱਛਮੀ ਕਮੋਡ ਤੇ ਮਲ ਕਰਦੇ ਹਨ ਅਤੇ ਇਹ ਚੀਜ਼ਾਂ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦੀਆਂ ਨੇ। ਹਾਲਾਂਕਿ ਭਾਰਤੀ ਪਖਾਨੇ ਸਹੀ ਹਨ ਅਤੇ ਇਸ ਵਿੱਚ ਲੋਕ ਸਕੁਆਟ ਕਰਕੇ ਬੈਠਦੇ ਹਨ, ਜਿਸ ਕਾਰਨ ਉਹਨਾਂ ਦੇ ਸਰੀਰ ਦਾ ਦਬਾਅ ਸਹੀ ਜਗ੍ਹਾ ਤੇ ਮਹਿਸੂਸ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ। ਹਾਂ, ਜੇ ਕੋਈ ਵੱਧ ਮੋਟਾ ਹੈ ਤਾਂ ਪੱਛਮੀ ਕਮੋਡ ਉਸ ਲਈ ਠੀਕ ਹੈ, ਪਰ ਜੇ ਉਹ ਵਿਅਕਤੀ ਫਲੈਟ ਹੈ ਤਾਂ ਉਸ ਨੂੰ ਸਕੁਐਟ ਕਰਕੇ ਬੈਠਣਾ ਚਾਹੀਦਾ ਹੈ। ਆਲੂਆਂ ਦੇ ਛਿਲਕੇ ਉਤਾਰਨਾ। ਰਸੋਈ ਵਿੱਚ ਕੰਮ ਕਰਨ ਵਾਲਾ ਹਰ ਵਿਅਕਤੀ ਜਾਣਦਾ ਹੈ ਕਿ ਆਲੂ ਨੂੰ ਛਿੱਲਣ ਵਿੱਚ ਕਿੰਨਾ ਸਮਾਂ ਲੱਗਦਾ ਹੈ। ਅਜਿਹੀ ਸਥਿਤੀ ਵਿੱਚ ਇਸ ਕੰਮ ਨੂੰ ਆਸਾਨ ਬਣਾਉਣ ਲਈ ਤੁਹਾਨੂੰ ਕੱਚੇ ਆਲੂ ਨੂੰ ਇੱਕ ਵਾਰ ਵਿਚਕਾਰੋਂ ਦੀ ਕੱਟਣਾ ਪਏਗਾ ਅਤੇ ਫਿਰ ਇਸ ਨੂੰ ਕੁਝ ਸਮੇਂ ਲਈ ਉਬਲਦੇ ਪਾਣੀ ਵਿੱਚ ਰੱਖਣਾ ਪਏਗਾ ਤਾਂ ਕਿ ਆਲੂ ਨੂੰ ਹਲਕਾ ਜਿਹਾ ਪਕਾਇਆ ਜਾਏ। ਹੁਣ ਪੂਰੀ ਤਰ੍ਹਾਂ ਆਲੂਆਂ ਨੂੰ ਛਿੱਲਣਾ ਆਸਾਨ ਹੋ ਜਾਵੇਗਾ ਅਤੇ ਜਦੋਂ ਤੁਸੀਂ ਆਲੂਆਂ ਦੀ ਸਬਜ਼ੀ ਬਣਾਉਂਦੇ ਹੋ ਤਾਂ ਇਸ ਨੂੰ ਬਣਾਉਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ, ਕਿਉਂਕਿ ਆਲੂ ਪਹਿਲਾਂ ਹੀ ਥੋੜੇ ਜਿਹੇ ਪੱਕ ਜਾਣਗੇ। ਬੈਠਣਾ। ਦੋਸਤੋ, ਅਸੀਂ ਸਾਰੇ ਜਾਣਦੇ ਹਾਂ ਕਿ ਲੰਬੇ ਸਮੇਂ ਤੱਕ ਬੈਠਣ ਨਾਲ ਸ਼ੂਗਰ ਅਤੇ ਮੋਟਾਪੇ ਵਰਗੀਆਂ ਦਿਲ ਦੀਆਂ ਬਿਮਾਰੀਆਂ ਮਨੁੱਖੀ ਸਰੀਰ ਦੇ ਦੁਆਲੇ ਚੱਕਰ ਕੱਟਣੀਆਂ ਸ਼ੁਰੂ ਕਰ ਦਿੰਦੀਆਂ ਹਨ। ਪਰ ਹੁਣ ਤੁਸੀਂ ਸ਼ਾਇਦ ਉਸ ਗੱਲ ਨਾਲ ਸਹਿਮਤ ਨਹੀਂ ਹੋਵੋਗੇ ਜਿਸ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ, ਕਿਉਂਕਿ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਇੱਕ ਆਰਾਮਦਾਇਕ ਕੁਰਸੀ ਲਿਆਉਣ ਨਾਲ ਜੇ ਉਹ ਇਸ ਤੇ ਖੁਸ਼ੀ ਨਾਲ ਬੈਠਣਗੇ ਤਾਂ ਉਹਨਾਂ ਦੇ ਸਰੀਰ ਵਿੱਚ ਕੋਈ ਸਮੱਸਿਆ ਨਹੀਂ ਹੋਏਗੀ, ਪਰ ਅਸਲ ਵਿੱਚ ਇਹ ਸਮੱਸਿਆ ਦਾ ਅਸਲੀ ਕਾਰਨ ਹੈ, ਕਿਉਂਕਿ ਜਦੋਂ ਕੋਈ ਵਿਅਕਤੀ ਕਿਸੇ ਚੀਜ਼ ਦੇ ਆਸਰੇ ਬੈਠਦਾ ਹੈ ਤਾਂ ਉਸ ਦੇ ਸਰੀਰ ਨੂੰ ਇਸ ਦੀ ਆਦਤ ਪੈ ਜਾਂਦੀ ਹੈ ਅਤੇ ਫਿਰ ਮੁਸ਼ਕਲਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਲਈ ਤੁਹਾਨੂੰ ਆਪਣੀਆਂ ਪਿੱਠ ਦੀਆਂ ਮਾਸਪੇਸ਼ੀਆਂ ਨੂੰ ਕਿਰਿਆਸ਼ੀਲ ਯਾਨੀ ਕਿ ਐਕਟਿਵ ਰੱਖਣ ਲਈ ਜਾਂ ਤਾਂ ਤੁਹਾਨੂੰ ਅਜਿਹੀਆਂ ਕੁਰਸੀਆਂ ਤੇ ਬੈਠਣਾ ਚਾਹੀਦਾ ਹੈ ਜਿਸ ਦੇ ਪਿੱਛੇ ਸਹਾਰਾ ਲੈਣ ਦੀ ਜਗ੍ਹਾ ਨਹੀਂ ਹੁੰਦੀ ਹੈ, ਨਹੀਂ ਤਾਂ ਤੁਹਾਨੂੰ ਜ਼ਿਆਦਾਤਰ ਕੰਮ ਖੜੇ ਹੋ ਕੇ ਕਰਨਾ ਚਾਹੀਦਾ ਹੈ, ਜੋ ਕਿ ਇੱਕ ਵਧੀਆ ਤਰੀਕਾ ਹੈ ਕਿਉਂਕਿ ਇਹ ਤੁਹਾਡੇ ਪੂਰੇ ਸਰੀਰ ਨੂੰ ਕਿਰਿਆਸ਼ੀਲ ਯਾਨੀ ਕਿ ਐਕਟਿਵ ਰੱਖੇਗਾ। ਨਹਾਉਣਾ। ਹੁਣ ਇਹ ਕਿਹਾ ਜਾਂਦਾ ਹੈ ਕਿ ਹਰ ਰੋਜ਼ ਨਹਾਉਣਾ ਚਾਹੀਦਾ ਹੈ ਜਾਂ ਫਿਰ ਘੱਟੋ ਘੱਟ ਇੱਕ ਦਿਨ ਛੱਡ ਕੇ ਨਹਾਉਣਾ ਚਾਹੀਦਾ ਹੈ, ਪਰ ਤੁਹਾਨੂੰ ਦੱਸ ਦਈਏ ਕਿ ਸਾਡੀ ਚਮੜੀ ਦੀ ਉੱਪਰਲੀ ਪਰਤ ਸਾਨੂੰ ਬਿਮਾਰੀਆਂ ਤੋਂ ਬਚਾਉਂਦੀ ਹੈ ਅਤੇ ਜੇ ਅਸੀਂ ਰੋਜ਼ਾਨਾ ਨਹਾਈਏ ਤਾਂ ਉਹ ਇਸ ਪਰਤ ਨੂੰ ਸਾਬਣ ਅਤੇ ਕਈ ਦੀਆਂ ਰਸਾਇਣਿਕ ਚੀਜ਼ਾਂ ਦੀ ਵਰਤੋਂ ਕਰਕੇ ਵਿਗਾੜ ਦਿੰਦੇ ਹਨ। ਇਸ ਲਈ ਭਾਵੇਂ ਤੁਸੀਂ ਹਰ ਰੋਜ਼ ਨਹਾਉਂਦੇ ਹੋ ਪਰ ਆਪਣੇ ਸਰੀਰ ਵਿੱਚ ਸਾਬਣ ਜਾਂ ਹੋਰ ਚੀਜ਼ਾਂ ਦਾ ਰੋਜ਼ਾਨਾ ਇਸਤੇਮਾਲ ਨਾ ਕਰੋ। ਤੁਸੀਂ ਇਕੱਲਾ ਪਾਣੀ ਨਾਲ ਇਸ਼ਨਾਨ ਵੀ ਕਰ ਸਕਦੇ ਹੋ। ਅਜਿਹੀ ਸਥਿਤੀ ਵਿੱਚ ਤੁਹਾਨੂੰ ਪਹਿਲੇ ਦਿਨ ਸਰੀਰ ਉੱਤੇ ਸਾਬਣ ਨਾਲ ਨਹਾਉਣਾ ਚਾਹੀਦਾ ਹੈ, ਫਿਰ ਦੂਜੇ ਦਿਨ ਤੁਹਾਨੂੰ ਸਿਰਫ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਇਹ ਤੁਹਾਡੀ ਚਮੜੀ ਸੰਤੁਲਨ ਵਿੱਚ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ। ਸਾਹ ਲੈਣਾ। ਹੁਣ ਤੁਸੀਂ ਕਹੋਗੇ ਕਿ ਕੋਈ ਗਲਤ ਸਾਹ ਕਿਵੇਂ ਲੈ ਸਕਦਾ ਹੈ? ਅਸੀਂ ਸਿਰਫ ਸਾਹ ਦੇ ਕਾਰਨ ਜਿਉਂਦੇ ਹਾਂ, ਜੋ ਬਿਲਕੁਲ ਸੱਚ ਹੈ, ਪਰ ਤੁਹਾਨੂੰ ਦੱਸ ਦਈਏ ਕਿ ਇੱਕ ਵਿਅਕਤੀ ਅਕਸਰ ਤੇਜ਼ ਸਾਹ ਲੈਂਦਾ ਹੈ ਜੋ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰਦਾ ਹੈ। ਇਸ ਕਾਰਨ ਕਰਕੇ ਤੁਹਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਸੀਂ ਲੰਬੇ ਸਾਹ ਲਵੋ ਅਤੇ ਹੌਲੀ-ਹੌਲੀ ਲਵੋ। ਹਾਂ, ਸ਼ੁਰੂਆਤ ਵਿੱਚ ਤੁਹਾਨੂੰ ਇਸ ਪ੍ਰਤੀ ਸੁਚੇਤ ਰਹਿਣਾ ਪਏਗਾ, ਪਰ ਜਦੋਂ ਤੁਸੀਂ ਹੌਲੀ-ਹੌਲੀ ਆਪਣੀ ਆਦਤ ਬਣਾ ਲਓਗੇ ਤਾਂ ਇਹ ਨਾ ਸਿਰਫ ਤੁਹਾਡਾ ਸਰੀਰ ਤੰਦਰੁਸਤ ਰੱਖੇਗਾ ਬਲਕਿ ਤੁਹਾਡੇ ਦਿਮਾਗ ਨੂੰ ਵੀ ਤੰਦਰੁਸਤ ਰੱਖੇਗਾ। ਉਤਪਾਦਕ ਬਣਨਾ। ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਉਹ ਇੱਕ ਤੋਂ ਵੱਧ ਕੰਮ ਆਰਾਮ ਨਾਲ ਕਰ ਸਕਦੇ ਹਨ, ਅਰਥਾਤ ਉਹ ਮਲਟੀਟਾਸਕਿੰਗ ਕਰ ਸਕਦੇ ਹਨ, ਪਰ ਤੁਹਾਨੂੰ ਦੱਸ ਦਈਏ ਕਿ ਮਲਟੀਟਾਸਕਿੰਗ ਵਰਗੀ ਕੋਈ ਚੀਜ਼ ਨਹੀਂ ਹੈ, ਕਿਉਂਕਿ ਇੱਕੋ ਸਮੇਂ ਇੱਕ ਤੋਂ ਵੱਧ ਚੀਜ਼ਾਂ ਤੇ ਧਿਆਨ ਕੇਂਦਰਿਤ ਕਰਦਿਆਂ ਕੋਈ ਵੀ ਕੰਮ ਸਹੀ ਤਰ੍ਹਾਂ ਨਾਲ ਨਹੀਂ ਹੁੰਦਾ। ਇਸ ਲਈ ਜੇ ਤੁਹਾਨੂੰ ਕੋਈ ਕੰਮ ਵਧੀਆ ਢੰਗ ਨਾਲ ਅਤੇ ਜਲਦੀ ਕਰਨਾ ਹੈ, ਭਾਵ ਜੇ ਤੁਸੀਂ ਆਪਣੇ ਆਪ ਨੂੰ ਉਤਪਾਦਕ ਯਾਨੀ ਕਿ ਪ੍ਰੋਡਕਟਿਵ
ਪ੍ਰੋਡਕਟਿਵ ਬਣਾਉਣਾ ਚਾਹੁੰਦੇ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ ਇੱਕ ਵਾਰ ਵਿੱਚ ਸਿਰਫ ਇੱਕ ਚੀਜ਼ ਕਰੋ, ਭਾਵੇਂ ਇਹ ਭੋਜਨ ਖਾਣਾ ਹੋਵੇ ਜਾਂ ਮੋਬਾਈਲ ਦੇਖਣਾ। ਤੁਹਾਨੂੰ ਇਹ ਸਾਰੀਆਂ ਚੀਜ਼ਾਂ ਅਲੱਗ-ਅਲੱਗ ਕਰਨੀਆਂ ਚਾਹੀਦੀਆਂ ਹਨ, ਤਾਂ ਹੀ ਤੁਸੀਂ ਪ੍ਰੋਡਕਟਿਵ ਬਣ ਸਕੋਗੇ। ਦੰਦ ਸਾਫ਼ ਕਰਨਾ। ਅਸੀਂ ਸਾਰੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਹੱਥ ਵਿੱਚ ਬੁਰਸ਼ ਫੜਦੇ ਹਾਂ ਤਾਂ ਜੋ ਅਸੀਂ ਆਪਣੇ ਦੰਦ ਸਾਫ਼ ਕਰ ਸਕੀਏ, ਅਤੇ ਡਾਕਟਰ ਵੀ ਇਹ ਕਹਿੰਦੇ ਹਨ ਕਿ ਬੁਰਸ਼ ਦਿਨ ਵਿੱਚ ਘੱਟੋ-ਘੱਟ 2 ਵਾਰ ਕਰਨਾ ਚਾਹੀਦਾ ਹੈ। ਪਰ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬੁਰਸ਼ ਕਰਨਾ ਹਰ ਵਾਰ ਚੰਗਾ ਹੋਵੇ ਇਹ ਬਿਲਕੁਲ ਵੀ ਜ਼ਰੂਰੀ ਨਹੀਂ ਹੈ, ਕਿਉਂਕਿ ਸਾਡੇ ਮਨੁੱਖਾਂ ਦੇ ਦੰਦ ਕੁਦਰਤੀ ਤੌਰ ਤੇ ਸਿਹਤਮੰਦ ਬਣਾਏ ਗਏ ਹਨ। ਬੁਰਸ਼ ਕਰਨ ਦੀ ਜ਼ਰੂਰਤ ਇਸ ਲਈ ਪੈਂਦੀ ਹੈ ਕਿਉਂਕਿ ਅਸੀਂ ਕਈ ਤਰ੍ਹਾਂ ਦੀਆਂ ਖੂਬਸੂਰਤ ਚੀਜ਼ਾਂ ਖਾਂਦੇ ਹਾਂ, ਜਿਸ ਨਾਲ ਸਾਡੇ ਮੂੰਹ ਵਿੱਚ ਓਰਲ ਕੈਵਿਟੀ ਹੋ ਸਕਦੀ ਹੈ। ਇਸ ਲਈ ਸਾਡੇ ਬੁਰਸ਼ ਕਰਨ ਨਾਲ ਸਾਡੇ ਮੂੰਹ ਅੰਦਰ ਤਾਜ਼ਗੀ ਲਿਆਉਣ ਦੀ ਜ਼ਰੂਰਤ ਪੈਂਦੀ ਹੈ। ਪਰ ਯਾਦ ਰੱਖੋ ਕਿ ਖਾਣਾ ਖਾਣ ਦੇ ਤੁਰੰਤ ਬਾਅਦ ਕਦੇ ਵੀ ਬੁਰਸ਼ ਨਹੀਂ ਕਰਨਾ, ਇਸ ਨਾਲ ਮਸੂੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਦੰਦਾਂ ਦੀ ਪਕੜ ਢਿੱਲੀ ਹੋ ਜਾਂਦੀ ਹੈ। ਤਾਂ ਦੋਸਤੋ, ਇਹ ਕੁਝ ਚੀਜ਼ਾਂ ਸਨ ਜੋ ਅਸੀਂ ਹਰ ਰੋਜ਼ ਕਰਦੇ ਹਾਂ, ਪਰ ਸਾਨੂੰ ਉਹਨਾਂ ਨੂੰ ਕਰਨ ਦਾ ਸਹੀ ਤਰੀਕਾ ਨਹੀਂ ਪਤਾ ਸੀ। ਵੀਡੀਓ ਬਾਰੇ ਤੁਹਾਡਾ ਹੋਰ ਕੀ ਕਹਿਣਾ ਹੈ ਸਾਨੂੰ ਟਿੱਪਣੀ ਕਰਕੇ ਦੱਸੋ, ਅਤੇ ਹੋਰ ਅਜਿਹੀਆਂ ਦਿਲਚਸਪ ਵੀਡੀਓ ਦੇਖਣ ਲਈ ਸਾਡਾ ਚੈਨਲ ਪੰਜਾਬੀ ਫੈਕਟਸ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਧੰਨਵਾਦ।